ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਗੁਰਮੀਤ ਕੜਿਆਲਵੀ ਦੀ ਲਿਖੀ ਹੋਈ ਕਹਾਣੀ ਪੰਡਾ ਭੰਡਾਰੀਆ ਕਿੰਨਾ ਕੁ ਭਾਰ। ਘਰ ਦੇ ਵਿਹੜੇ ਅੰਦਰ ਪੈਰ ਰੱਖਦਿਆਂ ਹੀ ਬਾਪੂ ਦੇ ਬੋਲ ਹਵਾ ਵਿੱਚ ਗੂੰਜ ਪਏ। ਕਿਉਂ, ਕਿਵੇਂ ਹੋਈ, ਬਣਿਆ ਕੰਮ, ਕੀ ਕਹਿੰਦੇ? ਦਿਮਾਗ ਜਿਵੇਂ ਸਵਾਲੀ ਕਾਫੀ ਚਿਰ ਦਾ ਹੀ ਤਿਆਰ ਸੀ। ਇੰਟਰਵਿਊ ਤੋਂ ਆਉਣ ਬਾਅਦ ਹਰ ਵਾਰ ਹੀ ਇਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੋਣ ਕਾਰਨ ਇਹ ਸਵਾਲ ਹੁਣ ਇੰਨਾ ਸ਼ਰਮਨਾਕ ਲੱਗਣ ਲੱਗ ਪਿਆ ਸੀ ਕਿ ਘਰ ਪਹੁੰਚਣ ਤੱਕ ਦਿਮਾਗ ਇਸ ਦੇ ਉੱਤਰ ਦੀ ਭਾਲ ਵਿੱਚ ਰਹਿੰਦਾ ਸੀ। ਇੰਟਰਵਿਊ ਦਫ਼ਤਰ ਤੋਂ ਘਰ ਤੱਕ ਪਹੁੰਚਦਿਆਂ ਚੇਤੇ ਦੀ ਚੰਗੇਰ ਨੂੰ 18 ਸਾਲ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ। ਰਾਹ ਵਿੱਚ ਬੱਸ ਦੀ ਸੀਟ ਤੇ ਬੈਠਾ ਦਿਮਾਗ ਕਿਤੇ ਦੂਰ ਪਿਛਾਂਹ ਪਰਤ ਜਾਂਦਾ ਹੈ, ਜਿੱਥੇ 6 ਸਾਲਾਂ ਦਾ ਗੋਬਲਾ ਜਿਹਾ ਬੱਚਾ ਖਾਦ ਵਾਲੀ ਬੋਰੀ ਦਾ ਬਣਾਇਆ ਬਸਤਾ ਗਲ ਵਿੱਚ ਲਮਕਾਈ, ਹੱਥ ਵਿੱਚ ਫੱਟੀ ਫੜ ਆਪਣੇ ਵਰਗੇ ਹੀ ਸਾਥੀਆਂ ਨਾਲ ਸਕੂਲ ਜਾ ਰਿਹਾ ਹੁੰਦਾ ਹੈ। ਸਕੂਲ ਦੀ ਹਲਟੀ ਤੇ ਬੈਠ ਕੇ ਪੋਚੀ ਅਤੇ ਸੂਰਜ ਵੱਲ ਮੂੰਹ ਕਰ ਬਾਂਹ ਘੁਮਾ ਕੇ ਸੁਕਾਈ ਫੱਟੀ ਉਸ ਨੂੰ ਮਾਂ ਤੋਂ ਵੀ ਪਿਆਰੀ ਲੱਗਦੀ। ਦੂਸਰੇ ਦੀ ਦਵਾਤ ਵਿੱਚੋਂ ਚੋਰੀ ਅਤੇ ਕਦੇ-ਕਦੇ ਜ਼ਬਰਦਸਤੀ ਕਲਮ ਡੁਬੋ ਕੇ ਲਗਾਈ ਸਿਆਹੀ ਉਸ ਨੂੰ ਸਵਾਦ ਦਿੰਦੀ ਹੈ। ਘੱਗਾ ਰਾਰਾ ਘਰ ਦਰ ਉਸ ਲਈ ਮਾਂ ਪਿਓ ਜਾਂ ਭੈਣ ਭਰਾਵਾਂ ਦੇ ਰਹਿਣ ਵਾਲੀ ਥਾਂ ਨਹੀਂ, ਬਲਕਿ ਰੇਤੇ ਦਾ ਘਰ ਬਣਾ ਉੱਤੇ ਤੀਲਾ ਖੜਾ ਕਰ ਦੇਣ ਤੱਕ ਹੁੰਦਾ ਹੈ। ਗੁਆਂਢੀ ਸਰਦਾਰਾਂ ਦੀ ਕੁੜੀ ਕੰਮੋਂ ਨਾਲ ਆੜੀ ਕਿਸੇ ਖਜ਼ਾਨੇ ਦੇ ਮਿਲਣ ਨਾਲੋਂ ਘੱਟ ਨਹੀਂ ਸੀ, ਜਿਸ ਦੇ ਜ਼ਰੀਏ ਉਹ ਆਪਣੇ ਸਾਥੀਆਂ ਤੇ ਰੋਹਬ ਜਮਾ ਸਕਦਾ ਸੀ। ਫਿਰ ਉਹ ਥੋੜ੍ਹਾ ਵੱਡਾ ਹੋ ਜਾਂਦਾ ਹੈ। ਕਲਾਸ ਵਿੱਚ ਪਹਿਲੇ ਜਾਂ ਦੂਜੇ ਨੰਬਰ ਤੇ ਆਉਣ ਦੇ ਅਰਥ ਉਸ ਨੂੰ ਸਮਝ ਆਉਣ ਲੱਗਦੇ ਹਨ। ਉਸ ਦੇ ਸਮਝ ਦੀਆਂ ਦਹਲੀਜ਼ਾਂ ਇਹ ਗੱਲ ਆਪਣੇ ਅੰਦਰ ਲੰਘ ਆਉਣ ਦਿੰਦੀਆਂ ਨੇ ਕਿ ਭੈਣ ਜੀ ਉਹਨੂੰ ਬਾਕੀ ਬੱਚਿਆਂ ਨਾਲੋਂ ਕਿਉਂ ਵੱਧ ਪਿਆਰ ਕਰਦੀ ਏ। ਬੇਟਾ ਬੇਟੀ ਕਰਦੀ ਭੈਣ ਜੀ ਉਹਨੂੰ ਡਾਢੀ ਚੰਗੀ ਲੱਗਦੀ। ਜਮਾਤ ਦੇ ਕਮਜ਼ੋਰ ਮੁੰਡੇ ਕੁੜੀਆਂ ਨੂੰ ਭੈਣ ਜੀ ਦੁਆਰਾ ਦੱਸੇ ਸਵਾਲ ਆਪਣੀ ਕਾਪੀ ਤੋਂ ਉਤਾਰਨ ਲਈ ਆਪਣੇ ਅੱਗੇ ਪਿੱਛੇ ਫਿਰਦਿਆਂ ਵੇਖ ਉਸ ਦੀ ਛਾਤੀ ਚੌੜੀ ਹੋ ਜਾਂਦੀ। ਸਾਰੀ ਜਮਾਤ ਜਿਵੇਂ ਉਸ ਦੇ ਦੁਆਲੇ ਘੁੰਮਦੀ ਹੈ। ਉਹ ਜਿਸ ਨੂੰ ਚਾਹੇ ਆੜੀ ਬਣਾ ਲਵੇ, ਜਿਸ ਨਾਲ ਚਾਹੇ ਕੁੱਟੀ ਕਰ ਦੇਵੇ। ਉਸ ਉੱਪਰ ਭਲਾ ਕਿਸੇ ਦਾ ਕੀ ਜ਼ੋਰ। ਮੁੰਡੇ ਕੁੜੀਆਂ ਮੱਖੀਆਂ ਵਾਂਗ ਉਸ ਦੇ ਅੱਗੇ ਪਿੱਛੇ ਮੰਡਲਾਉਂਦੇ ਰਹਿੰਦੇ। ਵੱਡੇ ਵੱਡੇ ਖੱਬੀ ਖਾਨਾਂ ਦੇ ਮੁੰਡੇ ਕੁੜੀਆਂ ਉਸ ਨਾਲ ਆੜੀ ਪਾਉਣ ਨੂੰ ਤਰਸਦੇ, ਪਰ ਉਸ ਨੂੰ ਕਿਸੇ ਦੀ ਕੀ ਪਰਵਾਹ। ਜੇ ਕੋਈ ਮੁੰਡਾ ਜਾਂ ਕੁੜੀ ਸਕੂਲੋਂ ਗੈਰ ਹਾਜ਼ਰ ਹੁੰਦਾ ਤਾਂ ਭੈਣ ਜੀ ਉਸ ਨੂੰ ਹੀ ਮੁੰਡੇ ਜਾਂ ਕੁੜੀ ਨੂੰ ਸੱਦਣ ਲਈ ਭੇਜਦੇ। ਉਹ ਜਿਸ ਨੂੰ ਚਾਹੇ ਬਿਮਾਰ ਕਹਿ ਦੇਵੇ, ਜਿਸ ਨੂੰ ਚਾਹੇ ਫੈਂਟਾ ਚੜਵਾ ਦੇਵੇ। ਉਸ ਨੂੰ ਕਿਸੇ ਦਾ ਡਰ ਥੋੜ੍ਹੀ ਸੀ। ਉਸ ਨੂੰ ਕੋਈ ਝੋਰਾ ਸੀ ਤਾਂ ਬਸ ਕੰਮੋਂ ਦਾ। ਕੰਮੋਂ ਦੇ ਘਰਦਿਆਂ ਉਸ ਨੂੰ ਪਿੰਡ ਵਾਲੇ ਸਕੂਲੋਂ ਹਟਾ ਸ਼ਹਿਰ ਪਬਲਿਕ ਸਕੂਲ ਪੜ੍ਹਨੇ ਪਾ ਦਿੱਤਾ ਸੀ। ਸ਼ਹਿਰੋਂ ਹਰ ਰੋਜ਼ ਇੱਕ ਵੈਨ ਉਸ ਨੂੰ ਲੈਣ ਅਤੇ ਛੱਡਣ ਆਉਂਦੀ ਸੀ। ਹਰ ਰੋਜ਼ ਉਹ ਦਰਵਾਜ਼ੇ ਅੱਗੇ ਖੜ ਕੰਮੋਂ ਨੂੰ ਲੈ ਜਾਣ ਵਾਲੀ ਵੈਨ ਵੱਲ ਨੀਝ ਲਾਈ ਤੱਕਦਾ ਰਹਿੰਦਾ। ਉਸ ਨੂੰ ਆਸੇ-ਪਾਸਿਓਂ ਕੇਵਲ ਇੰਨੀ ਹੀ ਕੰਸੋ ਮਿਲੀ ਸੀ ਕਿ ਕੰਮੋਂ ਸ਼ਹਿਰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਜਾਂਦੀ ਹੈ। ਇਹ ਭਲਾ ਅੰਗਰੇਜ਼ੀ ਸਕੂਲ ਕੀ ਸ਼ੈ ਹੋਇਆ ਜਿਸ ਦੇ ਵਿੱਚ ਕੰਮੋਂ ਪੜ੍ਹਨ ਜਾਂਦੀ? ਉਹ ਸੋਚਦਾ, ਪਰ ਕਿਸੇ ਗੱਲ ਦੀ ਸਮਝ ਉਹਦੇ ਦਿਮਾਗ ਦੇ ਚੌਖੁੱਟੇ ਵਿੱਚ ਫਿੱਟ ਨਾ ਬੈਠਦੀ। ਆਖਰ ਡਰਦਿਆਂ ਡਰਦਿਆਂ ਉਸਨੇ ਬਾਪੂ ਨੂੰ ਹੀ ਪੁੱਛ ਲਿਆ, ਬਾਪੂ ਬਾਪੂ ਕੰਮੋਂ ਸ਼ਹਿਰ ਪੜ੍ਹਨ ਜਾਂਦੀ ਅੰਗਰੇਜ਼ੀ ਸਕੂਲ 'ਚ। ਇਹ ਅੰਗਰੇਜ਼ੀ ਸਕੂਲ ਕੀ ਹੁੰਦਾ ਹੈ ਬਾਪੂ? ਕੰਮੋਂ ਪਿੰਡ ਵਿੱਚ ਨਹੀਂ ਸੀ ਪੜ੍ਹ ਸਕਦੀ। ਤੂੰ ਟਿੰਡੀਆਂ ਲੈਣੀਆਂ ਅੰਗਰੇਜ਼ੀ ਸਕੂਲ ਤੋਂ, ਉੱਥੋਂ ਪੜ੍ਹ ਕੇ ਅਫਸਰ ਲੱਗਦੇ ਵੱਡੇ, ਤੂੰ ਲੱਗਣਾ? ਸਿੱਧਾ ਸਾਦਾ ਜਵਾਬ ਦੇਣ ਦੀ ਥਾਂ ਬਾਪੂ ਭੱਜ ਕੇ ਪੈ ਗਿਆ। ਹੋਰ ਕੁਝ ਪੁੱਛਣ ਦਾ ਉਸਨੇ ਹੌਸਲਾ ਹੀ ਨਾ ਕੀਤਾ। ਅੰਗਰੇਜ਼ੀ ਸਕੂਲਾਂ 'ਚ ਲੈਂਡਲੌਰਡਾਂ ਦੇ ਜਵਾਕ ਪੜ੍ਹਦੇ, 100 ਦੇ ਸੂਟ ਹੀ ਹੁੰਦੇ ਉਹਨਾਂ ਦੇ। ਉਧਰ ਨਾ ਝਾਕ, ਇੱਥੇ ਹੀ ਕਰ ਲੈ ਚਾਰ ਜੇ ਹੈਗੀਆਂ ਕਰਮਾਂ 'ਚ। ਕਿਹੜਾ ਪੜ੍ਹ ਕੇ ਪਟਵਾਰੀ ਲੱਗਣਾ?
ਬਾਪੂ ਨੇ ਆਦਤ ਮੁਜਬ ਭਾਸ਼ਣ ਝਾੜਿਆ। ਕਿਸੇ ਗੱਲ ਦਾ ਸਿੱਧਾ ਜਵਾਬ ਦੇਣਾ ਉਸ ਦੀ ਰੋਜ਼ਮर्रा ਦੀ ਆਦਤ ਵਿੱਚ ਸ਼ਾਮਲ ਨਹੀਂ ਸੀ। ਸੁਣ ਕੇ ਉਸਨੂੰ ਆਪਣਾ ਆਪ ਹੀਣਾ-ਹੀਣਾ ਲੱਗਾ। ਪਹਿਲੀ ਵਾਰ ਉਸਨੇ ਦਿਮਾਗ ਵਿੱਚ ਹੀ ਆਪਣੇ ਅਤੇ ਕੰਮੋ ਦੇ ਲੀੜਿਆਂ ਵਿਚਕਾਰ ਫਰਕ ਮਹਿਸੂਸ ਕੀਤਾ। ਕੰਮੋ ਦੇ ਲੀੜੇ ਇੱਕਦਮ ਸਾਫ਼, ਸੋਹਣੇ ਤੇ ਫਾਬਵੇਂ। ਉਸ ਦੇ ਇੱਕਦਮ ਮੈਲੇ, ਭੈੜੇ, ਬੇਮੇਜ਼ ਤੇ ਟਾਕੀਆਂ ਬਣੇ। ਬਾਪੂ ਦਾ ਭਾਸ਼ਣ ਸੁਣ ਕੇ ਉਸ ਨੂੰ ਪਹਿਲੀ ਵਾਰ ਆਪਣੇ ਆਪ ਤੋਂ ਕੋਫਤ ਜਿਹੀ ਆਈ। ਉਹ ਪਜਾਮੇ ਦੇ ਅੰਦਰ ਬਾਹਰ ਗੋਡਿਆਂ ਕੋਲ ਕਰਕੇ ਪਾਟਣ ਦੇ ਡਰ ਤੋਂ ਲਗਾਈਆਂ ਟਾਕੀਆਂ ਬਾਰੇ ਸੋਚਣ ਲੱਗਾ। ਉਸ ਨੂੰ ਉਸ ਸਮੇਂ ਸਿਰਫ ਇੰਨੀ ਸਮਝ ਆਈ ਕਿ ਅੰਗਰੇਜ਼ੀ ਸਕੂਲ ਪੜ੍ਹਨ ਵਾਲੇ ਅਫਸਰ ਬਣਦੇ ਹਨ ਤੇ ਉਹਨਾਂ ਦੇ 100 ਦੇ ਸੂਟ ਹੁੰਦੇ ਹਨ। ਉਸ ਸਮੇਂ ਪਹਿਲੀ ਵਾਰ ਉਸਨੇ ਸਕੂਲੋਂ ਭੱਜ ਜਾਣ ਬਾਰੇ ਸੋਚਿਆ ਸੀ। ਬਾਪੂ ਨੂੰ ਸਬੱਬੀ ਕਿਸੇ ਕੰਮ ਬਾਹਰ ਜਾਣਾ ਪੈ ਗਿਆ। 3-4 ਦਿਨ ਲੱਗ ਜਾਣੇ ਸਨ। ਇਸ ਤੋਂ ਸੋਹਣਾ ਮੌਕਾ ਸਕੂਲੋਂ ਭੱਜਣ ਦਾ ਭਲਾ ਕਿਹੜਾ ਹੋ ਸਕਦਾ ਸੀ। ਇਹ ਸੋਚ ਕੇ ਉਹ ਅਗਲੇ ਦਿਨ ਹੀ ਸਕੂਲੇ ਨਹੀਂ ਸੀ ਵੜਿਆ। ਸਕੂਲੋਂ ਗੈਰ ਹਾਜ਼ਰ ਰਹਿਣ ਬਾਰੇ ਮਾਂ ਨੂੰ ਤਾਂ ਪਤਾ ਤੱਕ ਨਹੀਂ ਸੀ ਲੱਗਾ। ਘਰੋਂ ਤਾਂ ਬਸਤਾ ਚੁੱਕ ਉਹ ਸਕੂਲ ਲਈ ਹੀ ਗਿਆ ਸੀ। ਬਸਤਾ ਕਿਸੇ ਦੇ ਘਰ ਰੱਖ ਪਿੰਡ ਤੋਂ ਦੂਸਰੇ ਪਾਸੇ ਉਹ ਬਾਟੇ ਗੋਲੀਆਂ ਖੇਡਦਾ ਰਿਹਾ। ਮਾਂ ਨੂੰ ਤਾਂ ਉਦੋਂ ਹੀ ਤੁਗ ਮਿਲੇ ਜਦੋਂ ਉਸੇ ਕਲਾਸ ਦੇ ਮੁੰਡੇ ਉਸ ਨੂੰ ਸੱਦਣ ਲਈ ਘਰ ਆਏ। ਨੰਗਾਂ ਦੇ ਘਰੇ, ਕਾਣਿਆਂ ਦੇ ਖੇਤ, ਵਿਹੜੇ ਦੇ ਮਾਲ ਚਾਰਨ ਵਾਲਿਆਂ ਨਾਲ, ਨਹਿਰ ਤੇ ਜਾਂ ਸੂਏ ਤੇ ਮਾਂ ਕਿੱਥੇ-ਕਿੱਥੇ ਭਾਲ ਕਰਦੀ। ਉਸ ਦਾ ਕੋਈ ਇੱਕ ਟਿਕਾਣਾ ਸੀ। ਅੰਬ ਹਾਰ ਕੇ ਉਹ ਘਰੇ ਮੁੜ ਆਈ। ਸਾਰੀ ਦਿਹਾੜੀ ਉਹ ਘਰ ਨਾ ਵੜਿਆ। ਦੇਰ ਰਾਤ ਉਹ ਘਰ ਆਇਆ। ਮਾਂ ਦੀਆਂ ਗਾਲਾਂ ਦਾ ਭਲਾ ਉਸ 'ਤੇ ਕੀ ਅਸਰ। ਮਾਂ ਬਥੇਰਾ ਕਲਪੀ, ਰੋਈ ਤੇ ਗਾਲਾਂ ਦੁੱਪੜ ਦਿੱਤੇ। ਬਾਪੂ ਦੇ ਆਉਣ ਤੱਕ 3 ਦਿਨ ਉਹ ਸਕੂਲੇ ਨਾ ਵੜਿਆ। ਮੁੰਡੇ ਉਸ ਨੂੰ ਰੋਜ਼ ਸੱਦਣ ਆਉਂਦੇ ਤੇ ਵਾਪਸ ਮੁੜ ਜਾਂਦੇ ਰਹੇ। ਸਕੂਲ ਦਾ ਨਾਂ ਸੁਣ ਕੇ ਵੀ ਹੁਣ ਉਸ ਨੂੰ ਤੁੜਤਣੀ ਜਿਹੀ ਆ ਜਾਂਦੀ। ਉਹ ਆਪਣੀਆਂ ਕੂਣੀਆਂ ਤੋਂ ਪਾਟ ਕੇ ਝੱਗੇ ਵੱਲ ਵੇਖਣ ਲੱਗ ਜਾਂਦਾ। ਆਖਰ 30 ਦਿਨ ਬਾਪੂ ਆ ਗਿਆ। ਮਾਂ ਨੇ ਆਸ ਮੁਤਾਬਕ ਉਸ ਦੇ ਸਕੂਲੋਂ ਗੈਰ ਹਾਜ਼ਰ ਰਹਿਣ ਵਾਲੀ ਗੱਲ ਉਸ ਦੇ ਬਾਪੂ ਨੂੰ ਨਾ ਦੱਸੀ। ਅੱਜ ਉਹ ਕੁੱਟ ਤੋਂ ਬਚ ਗਿਆ ਸੀ, ਪਰ ਅਗਲੇ ਦਿਨ ਸਕੂਲ ਜਾਣਾ ਹੀ ਪੈਣਾ ਸੀ। ਸਕੂਲ ਜਾਣ ਤੋਂ ਬਚਣ ਲਈ ਉਹ ਕੋਈ ਰਾਹ ਸੋਚਣ ਲੱਗਾ। ਕੂਣੀਆਂ ਤੋਂ ਘਸ ਕੇ ਪਾਟੇ ਝੱਗੇ ਨੂੰ ਉਸ ਨੇ ਉਂਗਲਾਂ ਨਾਲ ਖਿੱਚ ਕੇ ਹੋਰ ਜ਼ਿਆਦਾ ਪਾਟ ਲਿਆ। ਲੀੜੇ ਪਾਟ ਜਾਣ ਦਾ ਵੱਡਾ ਬਹਾਨਾ ਉਸ ਨੂੰ ਸਕੂਲ ਜਾਣ ਤੋਂ ਬਚਾ ਸਕਦਾ ਸੀ। ਅਗਲਾ ਦਿਨ ਚੜ੍ਹਦਿਆਂ ਹੀ ਉਸਨੇ ਸਕੂਲ ਦਾ ਟਾਈਮ ਇੱਧਰ ਉੱਧਰ ਹੱਥ ਪੈਰ ਮਾਰਦਿਆਂ ਲੰਘਾ ਦਿੱਤਾ। ਬਾਪੂ ਦੀ ਕੰਮ ਧੰਦੇ ਕਰਦਿਆਂ ਉਸ ਉੱਪਰ ਨਿਗਾਹ ਹੀ ਨਾ ਗਈ। ਇਸ ਦਿਨ ਵੀ ਉਸਨੇ ਆਪਣੇ ਆਪ ਨੂੰ ਸਕੂਲ ਤੋਂ ਬਚੇ ਗਿਆ ਸਮਝਿਆ। ਆਖਰ ਉਹੀ ਗੱਲ ਹੋਈ ਜਿਸ ਦਾ ਉਸਨੂੰ ਡਰ ਸੀ। ਉਹ ਤੇ ਜਮਾਤ ਵਾਲੇ ਮੁੰਡੇ ਉਸ ਨੂੰ ਸੱਦਣ ਆ ਗਏ। ਬਾਪੂ ਕਿਸੇ ਗੱਲੋਂ ਆਪਣੇ ਆਪ ਵਿੱਚ ਹੀ ਬੁੜ-ਬੁੜ ਜਿਹੀ ਕਰੀ ਜਾ ਰਿਹਾ ਸੀ। ਮੁੰਡਿਆਂ ਤੋਂ ਉਸਦੇ 3 ਦਿਨ ਸਕੂਲ ਨਾ ਜਾਣ ਬਾਰੇ ਸੁਣ ਕੇ ਉਸ ਦਾ ਪਾਰਾ 7 ਅਸਮਾਨ ਚੜ੍ਹ ਗਿਆ। ਘਰ ਵਿੱਚ ਹੁਣੇ-ਹੁਣੇ ਉਧਾਰ ਮੰਗਣ ਆਏ ਪ੍ਰਕਾਸ਼ੀ ਬਾਣੀਏ ਨਾਲ ਉਸ ਦੀ ਤੂੰ-ਤੂੰ ਮੈਂ-ਮੈਂ ਹੋ ਕੇ ਹਟੀ ਸੀ। ਗਰਮੀ ਅੱਗੇ ਹੀ ਉਸ ਦੇ ਦਿਮਾਗ ਨੂੰ ਚੜ੍ਹੀ ਹੋਈ ਸੀ। ਹੁਣ ਤਾਂ ਜਿਵੇਂ ਕਿਸੇ ਨੇ ਉਸ ਉੱਪਰ ਬਲਦਾ ਚੰਗਿਆੜਾ ਸੁੱਟ ਦਿੱਤਾ ਸੀ। ਉਸ ਦੀਆਂ ਅੱਖਾਂ ਗੁੱਸੇ ਵਿੱਚ ਭਖਣ ਲੱਗ ਪਈਆਂ। ਕਿਉਂ ਗੰਦੀਏ ਲਾਦੇ, ਸਕੂਲ ਨਹੀਂ ਗਿਆ, 3 ਦਿਨ ਹੋ ਗਏ। ਘਰੇ ਮਾਂ ਆਪਦੀ ਦੇ ਮੋਟ ਕੁੱਟਦਾ। ਬਾਪੂ ਨੇ ਗਾਲਾਂ ਦੀ ਸੂੜ ਧਰ ਲਈ। ਹੱਥ ਵਿੱਚ ਫੜੀ ਪ੍ਰਾਣੀ ਉਸਨੇ ਦੂਰੋਂ ਹੀ ਚਲਾ ਦਿੱਤੀ। ਗਿੱਟੇ ਦੀ ਹੱਡੀ ਤੇ ਵੱਜਦਿਆਂ ਹੀ ਉਸ ਨੂੰ ਲੱਗਿਆ ਜਿਵੇਂ ਤੱਤੀ ਸਲਾਖ ਕਿਸੇ ਨੇ ਉਸਦੇ ਪੈਰਾਂ ਤੇ ਲਾ ਦਿੱਤੀ ਹੋਵੇ। ਨਾ ਮੈਨੂੰ ਪਤਾ ਹੈ ਤਾਂ ਲੱਗੇ ਕਿ ਤੈਨੂੰ ਮਿਰਗੀ ਕਾਹਦੀ ਪਈ, ਕੁੱਤੇ ਦੀਆਂ ਤੁਖਮਾਂ। ਮੈਂ ਬਾਹਰ ਗਿਆ ਨਹੀਂ 2 ਦਿਨ ਪਿੱਛੋਂ ਮਨ ਆਈਆਂ ਚਲਾਤੀਆਂ। ਤੈਂ ਸਮਝਿਆ ਹੁਣ ਮੈਂ ਬਾਹਰ ਹੀ ਮੁੱਕ ਜਾਊਂਗਾ। ਕਰਦਾ ਤੇਰੇ ਹੱਡ ਤੱਤੇ, ਕੱਢਦਾ ਜਿੰਨ ਜਿਹੜਾ ਤੇਰੇ 'ਚ ਵੜਿਆ। ਬਿਜਲੀ ਦੀ ਫੁਰਤੀ ਵਾਂਗੂ ਬਾਪੂ ਨੇ ਗੇਚੇ ਵਿੱਚ ਲਟਕਦੀਆਂ ਜਟੋਰੀਆਂ ਤੋਂ ਆ ਕੇ ਫੜਿਆ। ਵਾਲ ਖਿੱਚੇ ਜਾਣ ਦੀ ਪੀੜ ਨਾਲ ਉਸ ਦੀ ਲੇਰ ਨਿਕਲ ਗਈ। ਉਸ ਦੀਆਂ ਅੱਖਾਂ ਅੱਗੇ ਭੰਮੂਦਾਰੇ ਨੱਚਣ ਹੀ ਨਹੀਂ ਤਮੱਚੜ ਪਾਉਣ ਲੱਗੇ। ਕੁੜਤਾ ਤਾਂ ਜਮਾ ਪਟਿਆ ਪਿਆ। ਕੁੱਟ ਤੋਂ ਬਚਣ ਲਈ ਉਸਨੇ ਕੂਣੀਆਂ ਤੋਂ ਲੈ ਕੇ ਮੋਢਿਆਂ ਤੱਕ ਜਾਣ-ਬੁੱਝ ਕੇ ਪਾੜੇ ਕੁੜਤੇ ਨੂੰ ਦਿਖਾਇਆ। ਲੀੜੇ ਪਾਟੇ ਲਾਟ ਸਾਹਿਬ ਦੇ, ਹੁਣੇ ਹੀ ਪਵਾ ਦੇਣਾ ਬਸਤਰ।
ਪਾਟਿਆ ਕੁੜਤਾ ਵੇਖਣ ਦੀ ਬਜਾਏ ਬਾਪੂ ਨੇ ਠਿੰਬੀ ਜੁੱਤੀ ਲਾ ਕੇ ਹੱਥ ਵਿੱਚ ਫੜ ਲਈ ਤੇ ਪੂਰੇ ਜ਼ੋਰ ਨਾਲ ਗਿੱਚੀ ਵਿੱਚ ਟਿਕਾ ਦਿੱਤੀ। ਇੱਕ ਲੰਮੀ ਸਾਰੀ ਲੇਰ ਉਸ ਦੇ ਸੰਗੋਂ ਨਿਕਲ ਕੇ ਸਕੂਲ ਵਿੱਚ ਜਵਾਕਾਂ ਦੇ ਰਾਮ ਰੌਲੇ ਵਿੱਚ ਰਲ ਗਈ। ਚੱਲ ਤੁਰ ਸਕੂਲੇ, ਸਾਲਾ ਕੁੜਤੇ ਦਾ। ਕਦੇ ਇਹਨਾਂ ਨੂੰ ਖਾਣ ਨੂੰ ਚਾਹੀਦਾ 36 ਪ੍ਰਕਾਰ ਦੇ ਭੋਜਨ, ਕਦੇ ਪਾਉਣ ਨੂੰ ਖਫਨ। ਸਾਲਿਓ ਮੇਰੇ ਕੀ ਰਾਕਟ ਚੱਲਦੇ। ਬਾਪੂ ਲਗਾਤਾਰ ਜੁੱਤੀਆਂ ਨਾਲ ਸੇਵਾ ਕਰਦਾ ਰਿਹਾ। ਮਾਂ ਚੁੱਪਚਾਪ ਪਾਸੇ ਖੜੀ ਵੇਖਦੀ ਰਹੀ। ਕੁੱਟ ਤੋਂ ਬਚਾਉਣ ਦਾ ਉਸ ਵਿੱਚ ਹੌਸਲਾ ਨਹੀਂ ਸੀ। ਜੇ ਉਹ ਅੱਗੇ ਆਉਂਦੀ ਤਾਂ ਬਾਪੂ ਨੇ ਉਸ ਨੂੰ ਛੱਡ ਮਾਂ ਨੂੰ ਹੀ ਕੁੱਟਣ ਡੈ ਪੈਣਾ ਸੀ। ਸਕੂਲ ਦੇ ਗੇਟ ਤੱਕ ਪਹੁੰਚਣ ਤੇ ਗਾਲਾਂ ਤੇ ਜੁੱਤੀਆਂ ਦਾ ਰਲਿਆ ਮਿਲਿਆ 36 ਪ੍ਰਕਾਰ ਦਾ ਭੋਜਨ ਉਸ ਨੂੰ ਮਿਲਦਾ ਰਿਹਾ। ਉਹ ਚੁੱਪਚਾਪ ਸਕੂਲ ਵਿੱਚ ਜਮਾਤ ਦੇ ਤੱਪੜ ਉੱਤੇ ਜਾ ਬੈਠਾ ਸੀ। ਅੱਧੀ ਛੁੱਟੀ ਹੋਣ ਤੱਕ ਉਹ ਡੋਸ-ਡੋਸ ਕਰਦਾ ਰਿਹਾ। ਕੁੜਤੇ ਦੇ ਪਾਟਣ ਵਾਲੀ ਗੱਲ ਸੱਦਣ ਵਾਲੇ ਮੁੰਡਿਆਂ ਨੇ ਭੈਣ ਜੀ ਨੂੰ ਦੱਸ ਦਿੱਤੀ ਸੀ। ਕੁਰਸੀ 'ਤੇ ਬੈਠੀ ਉਹ ਕਿੰਨਾ ਚਿਰ ਤਰਸ ਜਿਹੇ ਦੇ ਭਾਵਾਂ ਨਾਲ ਉਸ ਵੱਲ ਵੇਂਦੀ ਰਹੀ। ਸਾਰੀ ਛੁੱਟੀ ਜਦੋਂ ਉਹ ਘਰ ਆਇਆ ਤਾਂ ਘਰ ਦਾ ਮਾਹੌਲ ਬਦਲਿਆ ਹੋਇਆ ਸੀ। ਇੰਜ ਲੱਗਦਾ ਸੀ ਜਿਵੇਂ ਮਾਂ ਹੁਣੇ-ਹੁਣੇ ਰੋ ਕੇ ਹਟੀ ਹੋਈ। ਬਾਪੂ ਇੱਕ ਪਾਸੇ ਚੁੱਪਚਾਪ ਬੈਠਾ ਸੀ। ਪਛਤਾਵੇ ਅਤੇ ਬੇਵਸੀ ਦੇ ਭਾਵ ਉਸ ਦੇ ਚਿਹਰੇ ਤੋਂ ਪੜ੍ਹੇ ਜਾਂਦੇ ਸਨ। ਉਹ ਉੱਠਿਆ ਤੇ ਅੰਦਰੋਂ ਇੱਕ ਖੱਦਰ ਦਾ ਥਾਣ ਚੁੱਕ ਲਿਆਇਆ। ਉਸ ਦੇ ਹੱਥਾਂ 'ਤੇ ਰੱਖ ਮਸਾਂ ਉਹ ਬੋਲਿਆ, ਲੈ ਫੜ, ਸੀਣਾ ਦੇ ਆਈ ਦਰਜੀ ਨੂੰ। ਤੁਸੀਂ ਮੇਰੀ ਜਾਨ ਨਾ ਸਤਾਇਆ ਕਰੋ। ਮੈਨੂੰ ਪਤਾ ਹੈ ਮੈਂ ਕਿਵੇਂ 5 ਪਾਜੇ ਪੂਰੇ ਕਰਦਾ। ਮੈਨੂੰ ਕਿਹੜਾ ਚਾਅ ਨਹੀਂ ਤੁਹਾਡਾ। ਜੀ ਕਰਦਾ ਹੈ ਕਿਸੇ ਖੂਹ ਖਾਤੇ ਪੈ ਜਾ। ਬਾਪੂ ਦੀ ਆਵਾਜ਼ ਬੈਠ ਗਈ। ਬਾਪੂ ਦੇ ਮੂੰਹੋਂ ਮਰਨ ਵਾਲੀ ਗੱਲ ਸੁਣ ਕੇ ਮਾਂ ਨੇ ਦਿਲ ਤੇ ਹੱਥ ਰੱਖ ਲਿਆ। ਉਸ ਦੇ ਆਪਣੇ ਹੱਥੋਂ ਥਾਨ ਡਿੱਗਦਾ ਡਿੱਗਦਾ ਬਚਿਆ। ਪਹਿਲੀ ਵਾਰ ਬਾਪੂ ਉਸ ਨੂੰ ਡਾਢਾ ਚੰਗਾ ਤੇ ਲਾਚਾਰ ਲੱਗਾ ਸੀ। ਉਸ ਤੋਂ ਬਾਅਦ ਫੇਰ ਕਦੇ ਉਸਨੇ ਪਿਓ ਦਾ ਦਿਲ ਦੁਖਾਉਣ ਵਾਲੀ ਗੱਲ ਨਹੀਂ ਸੀ ਕੀਤੀ। ਜ਼ਿੰਦਗੀ ਫੇਰ ਆਮ ਵਾਂਗ ਹੀ ਰਵਾਂ ਰਵੀਂ ਹੋ ਤੁਰੀ ਸੀ। ਖੱਦਰ ਦਾ ਨਵਾਂ ਕੁੜਤਾ ਜਿਸ ਦਿਨ ਸਕੂਲ ਪਾ ਕੇ ਗਿਆ ਸੀ, ਉਸ ਦਾ ਪੈਰ ਧਰਤੀ ਤੇ ਨਹੀਂ ਸੀ ਲੱਗਦਾ। ਭੈਣ ਜੀ ਕਿੰਨਾ ਚਿਰ ਕੁਰਸੀ ਤੇ ਬੈਠੀ ਉਸ ਦੇ ਕੁੜਤੇ ਵੱਲ ਵੇਖਦੀ ਰਹੀ। ਉਸ ਕੋਲ ਆ ਕੇ ਹੌਲੀ ਜਿਹੀ ਬੋਲੀ, ਇਹਦੇ ਪਿੱਛੇ ਕੁੱਟ ਖਾਧੀ। ਸੁਣ ਕੇ ਉਸ ਨੂੰ ਆਪਣੇ ਕੁੜਤੇ ਤੋਂ ਲੱਜਤ ਜਿਹੀ ਮਹਿਸੂਸ ਹੋਈ। ਹਰ ਸਮੇਂ ਚੰਗੀ ਲੱਗਣ ਵਾਲੀ ਭੈਣ ਜੀ ਉਸ ਨੂੰ ਉਸ ਦਿਨ ਪਹਿਲੀ ਵਾਰੀ ਬੜੀ ਡਾਢੀ ਭੈੜੀ ਲੱਗੀ। ਉਸ ਨੂੰ ਗਰੀਬੀ ਦੇ ਅਰਥਾਂ ਦੀ ਕੁਝ ਸਮਝ ਆਈ। ਘਰੇ ਆ ਕੇ ਵੀ ਉਹ ਕੁੜਤੇ ਬਾਰੇ ਤੇ ਕੁੜਤੇ ਕਾਰਨ ਪਈ ਕੁੱਟ ਬਾਰੇ ਸੋਚਦਾ ਰਿਹਾ। ਪਰ ਸਕੂਲੋਂ ਭੱਜ ਜਾਣ ਵਾਲੀ ਗੱਲ ਫੇਰ ਕਦੀ ਉਸ ਦੀ ਸੋਚ ਦਾ ਦਰਵਾਜ਼ਾ ਨਾ ਉਲੰਘ ਸਕੀ। ਸਕੂਲ ਜਾਣਾ, ਆ ਕੇ ਪਸ਼ੂਆਂ ਲਈ ਪੱਠੇ ਲਿਆਉਣੇ, ਪਾਉਣੇ ਤੇ ਪਿਓ ਦੀਆਂ ਗਾਲਾਂ ਲੈਣੀਆਂ, ਇਉਂ ਹੀ ਜ਼ਿੰਦਗੀ ਰਵਾਂ ਰਵੀਂ ਹੋ ਤੁਰੀ। ਘਰ ਆ ਕੇ ਉਹ ਵਿਹੜੇ ਦੀਆਂ ਕੁੜੀਆਂ ਦੇ ਝੁੰਡ ਵਿੱਚ ਬੈਠ ਕੇ ਗੀਤ ਅਤੇ ਟਕੋਰਾ ਸੁਣਦਾ। ਚਰਖੇ ਦੀ ਹੋਕ ਸੁਣ ਅਤੇ ਚਾਦਰੇ ਉੱਪਰ ਪਾਏ ਵੇਲ ਬੂਟੇ ਵੇਖ ਉਸ ਨੂੰ ਨਸ਼ਾ ਚੜ੍ਹਦਾ। ਆਪਣੀ ਗਰੀਬੀ ਉਸ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੀ। ਕੁੜੀਆਂ ਦੀ ਛੇੜਛਾੜ ਚੋਲ ਮੋਲ ਉਸ ਨੂੰ ਸਵਾਦ ਕਰੀ ਰੱਖਦੇ। ਬਾਕੀ ਨਾਟਕ ਖੇਡਦੀਆਂ ਤੇ ਬਾਕੀ ਕੁੜੀਆਂ ਉਹ ਹੱਲਾ ਕਰਨਾ ਸ਼ੁਰੂ ਕਰ ਦਿੰਦੀਆਂ। ਤੀਆਂ ਰੁੱਤੇ ਉਹ ਕੁੜੀਆਂ ਦੇ ਗੀਤ ਸੁਣਦਾ। ਵੱਡੀਆਂ ਕੁੜੀਆਂ ਦੇ ਇਕੱਠ ਵਿੱਚੋਂ ਭੈਣ ਭਰਾ ਦੇ ਪਿਆਰ ਭਰੇ ਗੀਤ ਸੁਣ ਕੇ ਉਸ ਦਾ ਅੰਦਰ ਮਿਠਾਸ ਨਾਲ ਭਰ ਜਾਂਦਾ। ਉਸ ਨੂੰ ਜਾਪਦਾ ਜਿਵੇਂ ਉਹ ਊਠ ਤੇ ਚੜ੍ਹ ਦੂਰ ਪਿੰਡ ਵਿਆਹੀ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਹੋਵੇ। ਨਿੱਕੀਆਂ ਕੁੜੀਆਂ ਭੰਡਾ ਭੰਡਾਰੀਆਂ ਖੇਡਦੀਆਂ। ਇੱਕ ਕੁੜੀ ਗੋਡਣੀ ਲਾ ਕੇ ਬੈਠ ਜਾਂਦੀ, ਦੂਜੀਆਂ ਉਸ ਦੇ ਸਿਰ ਉੱਪਰ ਆਪਣੀਆਂ ਮੁੱਠੀਆਂ ਟਿਕਾ ਦਿੰਦੀਆਂ। ਬਾਕੀ ਕੁੜੀਆਂ ਬਾਹਾਂ ਦਾ ਘੇਰਾ ਬਣਾ ਆਉਂਦੀਆਂ। ਭੰਡਾ ਭੰਡਾਰੀਆ ਕਿੰਨਾ ਕੁ ਭਾਰ ਤਾਂ ਗੋਡਣੀ ਲਾ ਕੇ ਬੈਠੀ ਕੁੜੀ ਜਵਾਬ ਦਿੰਦੀ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਇਸੇ ਤਰ੍ਹਾਂ ਇਹ ਖੇਡ ਚੱਲਦੀ ਰਹਿੰਦੀ। ਉਹ ਆਪਣੇ ਸਾਥੀਆਂ ਨਾਲ ਕਦੇ ਕੋਟਲਾ ਛਪਾਕੀ, ਕਦੇ ਲੂਣ ਮਿਆਣੀ ਅਤੇ ਕਦੇ ਚੋਰ ਸਿਪਾਹੀ ਖੇਡਦਾ। ਉਹ ਜਾਣ-ਬੁੱਝ ਕੇ ਮੱਲੋ-ਮੱਲੀ ਕੁੜੀਆਂ ਦੇ ਝੁੰਡ ਵਿੱਚ ਜਾ ਵੜਦਾ। ਇੱਕ ਵਾਰੀ ਕੁੜੀਆਂ ਦੀ ਸ਼ਿਕਾਇਤ ਲਾਉਣ ਤੇ ਬਾਪੂ ਟੁੱਟ ਕੇ ਪੈ ਗਿਆ। ਓਏ ਤੂੰ ਹੁਣ ਦੁੱਧ ਚੌਂਦਾ ਬਾਲ ਹੈ, ਸਾਲਿਆ ਕੁਛ ਸ਼ਰਮ ਨੂੰ ਹੱਥ ਮਾਰ। ਕੁੜੀਆਂ ਚਿੜੀਆਂ 'ਚ ਖੇਡਦਾ ਚੰਗਾ ਲੱਗਦਾ, ਹੁਣ ਤੂੰ ਸਿਆਣਾ ਬਿਆਣਾ। ਉਸ ਸਮੇਂ ਉਸ ਨੂੰ ਪਹਿਲੀ ਵਾਰ ਆਪਣੇ ਮਰਦ ਹੋਣ ਦਾ ਅਹਿਸਾਸ ਹੋਇਆ। ਇੱਕ ਕੱਚੀ ਜਿਹੀ ਮਹਿਕ ਉਸ ਨੂੰ ਆਪਣੇ ਸਰੀਰ 'ਚੋਂ ਆਈ ਤੇ ਉਹ ਸ਼ਰਮ ਨਾਲ ਲਾਲ ਹੋ ਗਿਆ। ਇੱਕ ਦੂਰੀ ਉਸਦੇ ਅਤੇ ਆਂਢ ਗੁਆਂਢ ਦੀਆਂ ਕੁੜੀਆਂ ਦਰਮਿਆਨ ਆਪਣੇ ਆਪ ਪੈਦਾ ਹੋਣ ਲੱਗ ਪਈ।
ਹੁਣ ਉਹ ਕੱਤਦੀਆਂ ਗੀਤ ਗਾਉਂਦੀਆਂ ਕੁੜੀਆਂ ਕੋਲੋਂ ਦੂਰ ਰਹਿਣ ਲੱਗ ਪਿਆ। ਕਦੇ ਉਸ ਦਾ ਜੀ ਕੁੜੀਆਂ ਦੀ ਕਢਾਈ ਵੇਖਣ ਅਤੇ ਗੀਤ ਸੁਣਨ ਨੂੰ ਮਚਲਦਾ, ਪਰ ਉਹ ਚੋਰ ਅੱਖ ਨਾਲ ਵੇਂਦਾ ਅੱਗੇ ਨਿਕਲ ਜਾਂਦਾ। ਉਹਦੇ ਕੋਲੋਂ ਲੰਘਣ ਤੇ ਕੁੜੀਆਂ ਤੇ ਝੁੰਡ 'ਚੋਂ ਹੁੰਦੇ ਕੁਸਰ-ਮੁਸਰ ਉਸ ਨੂੰ ਸਮਝ ਤਾਂ ਨਾ ਆਉਂਦੀ, ਪਰ ਉਹ ਇਸ ਦੇ ਅਰਥ ਜ਼ਰੂਰ ਸਮਝਣ ਲੱਗ ਪਿਆ। ਕੱਤਦੀਆਂ ਕੁੜੀਆਂ ਵਿੱਚੋਂ ਸ਼ਿੰਦੀ ਦੇ ਹੱਥ ਉਸ ਨੂੰ ਇਸ਼ਾਰਾ ਕਰਦੇ ਜਾਪਦੇ। ਫਿਰ ਉਹ 10ਵੀਂ ਪਾਸ ਕਰਕੇ ਸ਼ਹਿਰ ਕਾਲਜ ਪੜ੍ਹਨ ਲੱਗ ਪਿਆ। ਬੋਰਡ ਵਾਲਿਆਂ ਦੀ ਕੁੜੀ ਛਿੰਦੀ ਵੱਲੋਂ ਉਸ ਦੇ ਕਾਲਜ ਆਉਣ ਜਾਣ ਸਮੇਂ ਕੋਠੇ ਤੇ ਖੜ ਉਸ ਦਾ ਰਾਹ ਵੇਖਣਾ ਪਿੰਡ ਵਿੱਚ ਨਵੀਂ ਚਰਚਾ ਛੇੜਨ ਲੱਗ ਪਿਆ। ਪਿੰਡ ਦੇ ਸਾਰੇ ਕੱਚੇ ਪੱਕੇ ਘਰਾਂ ਦੇ ਬੂਹੇ ਅਤੇ ਕੌਲਿਆਂ ਦੁਆਲੇ ਇਸ ਇਸ ਚਰਚਾ ਨੇ ਕਹਾਣੀ ਬਣ ਕੇ ਆਪਣੀ ਬਾਂਹ ਵੜ ਲਈ। ਨੰਗ ਦੀ ਇਹ ਹਿੰਮਤ ਮੇਰੇ ਸਾਲੇ ਨੂੰ ਵੱਢ ਕੇ ਨੀਹਾਂ ਥੱਲੇ ਨਾ ਦੱਬਦਾ। ਸਾਨੂੰ ਸਾਦਾ ਸਿਉਂਦੇ ਪੁੱਤ ਕਿਹੜਾ ਆਖ ਦੋ। ਛਿੰਦੀ ਦੇ ਤਾਏ ਤਲੋਕੇ ਦਾ ਲਲਕਾਰਾ ਫਿਰ ਨਹੀਂ ਲੰਘ ਕੇ ਉਸ ਦੇ ਕੱਚੇ ਘਰ ਦੇ ਵਿਹੜੇ ਆਣ ਗੜਕਿਆ। ਸਾਰੀ ਗੱਲ ਦੀ ਭਿਣਕ ਬਾਪੂ ਅਤੇ ਮਾਂ ਨੂੰ ਵੀ ਲੱਗ ਗਈ। ਜਿੰਦਾ ਤਲੋਕਾ ਕਾਲਜ ਜਾਂਦੇ ਤੇ ਉਸ ਦੇ ਨਾਲ ਹੱਥੋਂ ਪਾਈ ਹੋ ਗਿਆ। ਸ਼ਾਮ ਨੂੰ ਰੋਟੀ ਟੁੱਕ ਖਾ ਕੇ ਸਾਰੇ ਮੰਜਿਆਂ ਤੇ ਬੈਠੇ ਸਨ। ਸਵੇਰ ਦਾ ਘਰ ਗਿਆ ਉਹ ਕਿਧਰੇ ਆਥਣ ਹੋਏ ਘਰ ਪਰਤਿਆ ਸੀ। ਸਾਰੇ ਘਰਦਿਆਂ ਨੂੰ ਚੁੱਪਚਾਪ ਗੁੰਮਸੁੰਮ ਬੈਠੇ ਵੇਖ ਉਸ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ। ਉਸ ਨੇ ਚੁੱਪਚਾਪ ਆਪ ਹੀ ਛਾਬੇ 'ਚੋਂ ਰੋਟੀ ਚੱਕ ਕੇ ਖਾ ਲਈ। ਉਸ ਦੇ ਰੋਟੀ ਖਾਣ ਤੱਕ ਘਰ ਦਾ ਕੋਈ ਜੀ ਨਾ ਬੋਲਿਆ। ਰੋਟੀ ਖਾ ਕੇ ਉਹ ਵੀ ਚੁੱਪਚਾਪ ਮੰਜੇ ਤੇ ਆ ਬੈਠਿਆ। ਬਸ ਹਾਈ ਕਸਰ ਰਹਿ ਗਈ ਸੀ, ਕਰਤੀ ਪੂਰੀ ਉਹ ਵੀ। ਬੁੱਢੇ ਬਾਰੇ ਚੰਗੀ ਪੱਗ ਬਣਾਉਣ ਲੱਗਾ ਪਿਓ ਦੇ। ਬਾਪੂ ਨੇ ਇੱਕ ਪਲ ਸਾਹ ਲਿਆ, ਅਫਸੋਸ ਵਿੱਚ ਸੱਜੇ ਖੱਬੇ ਸਿਰ ਹਿਲਾਇਆ ਤੇ ਫਿਰ ਆਖਣਾ ਸ਼ੁਰੂ ਕੀਤਾ, ਸਾਰੀ ਉਮਰ ਤੈਂ ਨਾ ਕੋਈ ਕੰਮ ਚੰਗਾ ਕੀਤਾ। ਮੈਨੂੰ ਨਹੀਂ ਸਮਝ ਆਈ ਤੇਰੀ ਅਜੇ ਤੱਕ। ਸਾਰਾ ਪਿੰਡ ਬਕਾਈ ਮਾਰਦਾ ਸੀ, ਆਖੇ ਸਰਦਾਰ ਮਿਲਖਾ ਸਿਉਂ ਦਾ ਮੁੰਡਾ ਬੜਾ ਹੁਸ਼ਿਆਰ, ਨਾ ਉੱਚਾ ਕਰੋ ਖਾਨਦਾਨ ਦਾ। ਆ ਚੰਗਾ ਨਾ ਉੱਚਾ ਕੀਤਾ ਤੈਂ, ਕੋਈ ਕਸਰ ਰਹਿ ਗਈ ਅਜੇ ਵੀ ਕਰ ਲੈ ਪੂਰੀ। ਬਾਪੂ ਜਿੰਨਾ ਚਿਰ ਦਿਲ ਦਾ ਉਬਾਲ ਪੂਰੀ ਤਰ੍ਹਾਂ ਕੱਢ ਨਹੀਂ ਸੀ ਲੈਂਦਾ ਓਨਾ ਚਿਰ ਚੁੱਪ ਨਹੀਂ ਸੀ ਹੁੰਦਾ। ਆਰਥਿਕ ਤੌਰ ਤੇ ਟੁੱਟੇ ਬੰਦੇ ਦਾ ਚਿੜਚਿੜਾ ਤੇ ਗੁੱਸੇਖੋਰ ਹੋ ਜਾਣਾ ਕੁਦਰਤੀ ਹੁੰਦਾ ਹੈ। ਬਾਪੂ ਦੇ ਜਿਸ ਦਿਨ ਕਿਸੇ ਦੇਣ ਲੈਣ ਵਾਲੇ ਨਾਲ ਵੱਧ ਘੱਟ ਹੋਈ ਹੁੰਦੀ, ਉਸ ਦਿਨ ਸਾਰਾ ਗੁੱਸਾ ਟੱਬਰ ਉੱਪਰ ਤੇ ਖਾਸ ਕਰ ਉਸ ਉੱਪਰ ਹੀ ਕੱਢਿਆ ਜਾਂਦਾ। ਤੈਂ ਚੰਗਾ ਨਹੀਂ ਕੀਤਾ, ਜਮਾ ਖੇ ਕਰਤੀ ਸਾਰੇ ਪਿੰਡ 'ਚ। ਜੇ ਭਲਾ ਤੈਨੂੰ ਕੁਛ ਹੋ ਜਾਂਦਾ, ਮਰਨ ਮਾਰਨ ਕਿਹੜਾ ਸਾਡਾ ਨਾਂ ਹੁੰਦਾ। ਸਾਦਾ ਸਿਉਂ ਕਿਆ ਨਿਆਣ। ਬਾਪੂ ਇੱਕਦਮ ਠੰਡੇ ਰੋਹ ਵਿੱਚ ਆ ਗਿਆ। ਤੈਨੂੰ ਤਾਂ ਪਤਾ ਹੈ ਸਾਰੀ ਉਮਰ ਕੱਟੀ ਪਿੰਡ ਵਾਲਿਆਂ ਦੀ, ਸਾਰਾ ਪਿੰਡ ਚੇਪਾ ਰੱਖਦਾ ਹੈ, ਪਰ ਤੂੰ ਜਮਾ ਹੀ ਭੁੱਬਲ ਬਣਾਤੀ ਇੱਕ ਮਿੰਟ ਸਕਿੰਟ। ਬਾਪੂ ਹੁਣ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਦਿਨ ਚੜ੍ਹਦਿਆਂ ਹੀ ਘਰ ਦਾ ਕਾਰ ਵਿਹਾਰ ਆਮ ਵਾਂਗ ਚੱਲਣ ਲੱਗ ਪਿਆ, ਜਿਵੇਂ ਘਰ ਵਿੱਚ ਕੋਈ ਘਟਨਾ ਵਾਪਰੀ ਹੀ ਨਹੀਂ ਸੀ। ਘਰੋਂ ਕਾਲਜ ਤੇ ਕਾਲਜ ਤੋਂ ਘਰ, ਜ਼ਿੰਦਗੀ ਫੇਰ ਉਸ ਪਟੜੀ ਤੇ ਤੁਰ ਪਈ ਸੀ। ਕਾਲਜ ਜਾਣ ਲੱਗਿਆਂ ਹੁਣ ਉਹ ਛਿੰਦੀ ਕਿਆਂ ਵਾਲੀ ਬੀਹੀ ਲੰਘਣ ਦੀ ਬਜਾਏ ਪਿੰਡ ਉੱਤੋਂ ਦੀ ਵਲ ਕੇ ਆਉਣ ਲੱਗ ਪਿਆ ਸੀ। ਲੜਾਈ ਵਾਲੇ ਦਿਨ ਤੋਂ ਬਾਅਦ ਫੇਰ ਕਦੇ ਛਿੰਦੀ ਦੇ ਦਰਸ਼ਨ ਨਸੀਬ ਨਾ ਹੋਏ। ਮਾਪਿਆਂ ਬਿਨਾਂ ਕਿਸੇ ਰਾਮ ਰੌਲੇ ਦੇ ਦਿਨਾਂ ਤੇ ਹੀ ਉਸ ਦਾ ਕਿਤੇ ਦੂਰ ਨੇੜੇ ਵਿਆਹ ਕਰ ਦਿੱਤਾ। ਛਿੰਦੀ ਦੇ ਕਿਸੇ ਵੱਡੇ ਘਰ ਵਿਆਹੇ ਜਾਣ ਵਾਲੀ ਗੱਲ ਵੀ ਉਸ ਨੂੰ ਕੁੜੀਆਂ ਦੀ ਕੁਸਰ ਮੁਸਰ ਵਿੱਚੋਂ ਹੀ ਪਤਾ ਚੱਲੀ। ਹੀਰ ਮਾਰ ਕੇ ਪਲਾਕੀ ਡੋਲੀ ਬਹਿ ਗਈ, ਰਾਂਝਾ ਰਹਿ ਗਿਆ ਤਾਹਾਂ ਮਾਰਦਾ। ਪੰਚਾਂ ਦੀ ਭਾਨੀ ਦਾ ਵਿਅੰਗ ਉਸ ਦਾ ਕਾਲਜਾ ਲੋ ਗਿਆ। ਜੇਬ ਵਿੱਚ ਪਿਆ ਛਿੰਦੀ ਦਾ ਫੁੱਲੀਆਂ ਵਾਲਾ ਰੁਮਾਲ ਉਸ ਨੂੰ ਦੰਦੀਆਂ ਵੱਢਦਾ ਪ੍ਰਤੀਤ ਹੋਇਆ। ਜੇ ਕਿਤੇ ਸੱਤ ਜਾਂ ਪਰੇ ਵਿੱਚ ਚਾਰ ਆਦਮੀ ਇਕੱਠੇ ਕੋਈ ਗੱਲ ਕਰ ਰਹੇ ਹੁੰਦੇ ਤਾਂ ਉਸ ਨੂੰ ਜਾਪਦਾ ਜਿਵੇਂ ਗੱਲਾਂ ਦਾ ਵਿਸ਼ਾ ਉਹ ਅਤੇ ਛਿੰਦੀ ਹਨ। ਉਹ ਚੁੱਪਚਾਪ ਮੂੰਹ ਪਾਸੇ ਪੁਆ ਪਾਸਾ ਵੱਟ ਕੇ ਲੰਘ ਜਾਂਦਾ ਤੇ ਕਦੇ ਵੀ ਨਾ ਭੁਲਾਇਆ ਜਾ ਸਕਣ ਵਾਲਾ ਸੱਲ ਜਿਵੇਂ ਉਸ ਨੂੰ ਖੁਦ ਭੁੱਲਣ ਲੱਗ ਪਿਆ ਸੀ। ਪੜ੍ਹ ਲਿਖ ਕੇ ਬੇਰੁਜ਼ਗਾਰਾਂ ਦੀ ਲਾਈਨ ਵਿੱਚ ਸ਼ਾਮਲ ਹੁੰਦਿਆਂ ਹੀ ਜਿਵੇਂ ਬਾਕੀ ਸਾਰੇ ਗਮ ਕੋਈ ਛੁੱਟੀ ਜਿਹੀ ਨਿਗੁਣੀ ਚੀਜ਼ ਬਣ ਗਏ ਸਨ। ਹਰ ਪਲ ਦਿਮਾਗ ਤੇ ਰੁਜ਼ਗਾਰ ਸੋਚ ਦਾ ਪੱਲਾ ਭਾਰੀ ਪਿਆ ਰਹਿੰਦਾ। ਕੁੜੀਆਂ ਦੇ ਗੀਤ ਹੁਣ ਵੈਣਾ ਵਰਗੇ ਲੱਗਣ ਲੱਗੇ। ਕੁੜੀਆਂ ਦੁਆਰਾ ਪਾਏ ਵੇਲ ਬੂਟੇ
ਕੋਈ ਜ਼ਹਿਰੀ ਫਨੀਅਰ ਸੱਪ ਬਣ ਜਾਂਦੇ ਜੋ ਉਸ ਨੂੰ ਡੰਗ ਮਾਰਨ ਲਈ ਤਿਆਰ ਖੜੇ ਜਾਪਦੇ। ਪੰਜਾਂ ਦਾ ਪਾਣੀ ਨਾਲ ਜਦ ਕਦੇ ਉਸ ਦਾ ਰਾਹ ਖਹਿੜੇ ਸਾਹਮਣਾ ਹੋ ਜਾਂਦਾ, ਉਹ ਪਾਣੀ ਪਾਣੀ ਹੋ ਜਾਂਦਾ। ਉਹ ਉਦਾਸ ਜਿਹਾ ਘਰ ਦੇ ਕੰਮ ਕਰਦਾ ਰਹਿੰਦਾ। ਘਰ ਦੇ ਤਾਂ ਅੱਗੇ ਹੀ ਉਸ ਤੋਂ ਅੱਕੇ ਰਹਿੰਦੇ ਸਨ। ਹੁਣ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਨਾ ਮਿਲਣ ਕਰਕੇ ਘਰਦਿਆਂ ਲਈ ਹੋਰ ਵੀ ਬੋਝ ਬਣ ਗਿਆ ਸੀ। ਗੱਲ ਗੱਲ ਤੇ ਬਾਪੂ ਟੁੱਟ ਟੁੱਟ ਪੈਂਦਾ ਰਹਿੰਦਾ। ਸਾਲਾ ਫਿਰਦੇ ਵੇਖ ਕਿਵੇਂ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ। ਇਹਦੇ ਵਰਗੇ ਮੁੰਡੇ ਖੁੰਡੇ ਪਾਣੀਆਂ ਨੂੰ ਅੱਗ ਲਾਉਂਦੇ, ਕੰਮ ਨੂੰ ਮੂਹਰੇ ਲਾਈ ਰੱਖਦੇ। ਇਹ ਆ ਕੇ ਬਸ ਮਰਿਆ ਵਾਂਗੂ ਸਿਰ ਸੁੱਟੀ ਰੱਖਦਾ। ਕਿੱਥੇ ਨਿਕੰਮੀ ਲਾਦ ਕਰਮਾਂ 'ਚ ਧਰੀ ਪਈ ਸੀ। ਬਾਪੂ ਓਨਾ ਚਿਰ ਚੁੱਪ ਨਾ ਕਰਦਾ ਜਿੰਨਾ ਚਿਰ ਉਹ ਕਿਧਰੇ ਬਾਹਰ ਨਾ ਨਿਕਲ ਜਾਂਦਾ। ਗਾਲਾਂ ਜਿਵੇਂ ਰੋਜ਼ ਦੀ ਖੁਰਾਕ ਹੋ ਗਈ ਸੀ। ਗਾਲਾਂ, ਦੁੱਪੜਾਂ ਤੇ ਕੁੱਤੇ ਖਾਣੇ ਤੋਂ ਤੰਗ ਆ ਕਿਧਰੇ ਭੱਜ ਜਾਣ ਨੂੰ ਜੀ ਕਰਦਾ। ਪਰ ਮਾਂ ਦਾ ਰੋਂਦਾ ਚਿਹਰਾ ਸਾਹਮਣੇ ਆਉਂਦਿਆਂ ਹੀ ਲੱਤਾਂ ਨੂੰ ਜਿਵੇਂ ਕਾਠ ਮਾਰ ਜਾਂਦਾ। ਮਨ ਮਸੋਸ ਕੇ ਫੇਰ ਢੀਠਤਾਈ ਨਾਲ ਕੋਈ ਨਾ ਕੋਈ ਕੰਮ ਕਰਨ ਲੱਗ ਜਾਂਦਾ। ਜਦ ਕਦੇ ਇੰਟਰਵਿਊ ਲਈ ਚਿੱਠੀ ਆਉਂਦੀ, ਬਾਪੂ ਤੋਂ ਕਿਰਾਏ ਲਈ ਪੈਸੇ ਮੰਗਣ ਨੂੰ ਉਸਦੀ ਹਿੰਮਤ ਨਾ ਪੈਂਦੀ। ਮਾਂ ਪਤਾ ਨਹੀਂ ਕਿੱਥੋਂ ਆਂਢੋਂ ਗੁਆਂਢੋਂ ਮੰਗ ਤੰਗ ਕੇ ਲਿਆ ਪੈਸੇ ਉਸਦੀ ਮੁੱਠੀ ਵਿੱਚ ਦਿੰਦੀ, ਰੋ ਪੈਂਦੀ। ਮੇਰੇ ਪੁੱਤ ਨੇ ਖੌਰੇ ਰੱਬ ਕੰਜਰ ਦਾ ਕੀ ਚੱਕਿਆ, ਕੀ ਪਤਾ ਕੀ ਭੁੰਨ ਕੇ ਬੀਜਿਆ ਅਸੀਂ ਪਿਛਲੇ ਕਰਮਾਂ 'ਚ। ਮਾਂ ਡੁਸਕਦੇ ਡੁਸਕਦੇ ਧਰਤੀ ਦੇ ਹੱਥ ਨਾਲ ਲਕੀਰਾਂ ਜਿਹੀਆਂ ਮਾਰੀ ਜਾਂਦੀ। ਆਸਾਂ ਦੀ ਪੰਡ ਬੰਨ ਉਹ ਇੰਟਰਵਿਊ ਦੇਣ ਚਲਾ ਜਾਂਦਾ। ਸਰਟੀਫਿਕੇਟਾਂ ਵਾਲਾ ਝੋਲਾ ਫੜ ਉਹ ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦਾ ਰਹਿੰਦਾ। ਇੰਟਰਵਿਊ ਤੋਂ ਘਰ ਪਰਤਣ 'ਤੇ ਕੋਈ ਖਬਰ ਘਰਦਿਆਂ ਨੂੰ ਦੱਸਣ ਦਾ ਕੋਈ ਰੁਚੀ ਨਾ ਹੁੰਦੀ। ਲੱਥਿਆ ਚਿਹਰਾ ਵੇਖ ਮਾਂ ਹੋਰ ਦਿਲ ਦਿਖਾਉਣ ਤੋਂ ਡਰਦੀ, ਪੁੱਛਣਾ ਪੁੱਛਣਾ ਹੀ ਬਿਹਤਰ ਸਮਝਦੀ। ਕੰਮ ਧੰਦੇ ਤੋਂ ਵਿਹਲੇ ਹੋ ਸ਼ਾਮ ਵੇਲੇ ਜਦ ਬਾਪੂ ਘਰ ਪਰਤਦਾ ਤਾਂ ਹਰ ਵਾਰ ਵਾਂਗ 3 ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਉਂ, ਕਿਵੇਂ ਹੋਈ, ਬਣਿਆ ਕਿਤੇ ਕੰਮ, ਕੀ ਕਹਿੰਦੇ। ਇਹ ਸ਼ਬਦ ਹੁਣ ਐਟਮ ਨਾਲੋਂ ਵੀ ਖਤਰਨਾਕ ਲੱਗਣ ਲੱਗ ਪਏ। ਹਰ ਵਾਰ ਇਸ ਸਵਾਲ ਦਾ ਸਾਹਮਣਾ ਕਰਦਿਆਂ ਬੱਚਿਆਂ ਦੀ ਭੰਡਾ ਭੰਡਾਰੀਆਂ ਵਾਲੀ ਖੇਡ ਮੱਲੋ ਮੱਲੀ ਚੇਤੇ ਦੀ ਦਹਿਲੀਜ਼ ਲੰਘ ਆਉਂਦੀ। ਜੀ ਕਰਦਾ ਉਹ ਬਾਪੂ ਨੂੰ ਕਹਿ ਦੇਵੇ ਕਿ ਕਿਵੇਂ ਹੋਈ, ਬਣਿਆ ਕੰਮ, ਕੀ ਕਹਿੰਦੇ ਵਰਗੇ ਸਵਾਲ ਨਾ ਪੁੱਛਿਆ ਕਰੇ। ਸਗੋਂ ਇਸ ਦੀ ਜਗ੍ਹਾ ਪੁੱਛਿਆ ਕਰੇ, ਭੰਡਾ ਭੰਡਾਰੀਆ ਕਿੰਨਾ ਕੁ ਭਾਰ। ਤੇ ਸਵਾਲ ਦੇ ਜਵਾਬ ਵਿੱਚ ਉਹ ਹੌਲੀ ਜਿਹੀ ਬੋਲ ਦਿਆ ਕਰੇ, ਇੱਕ ਮੁੱਠੀ ਚੱਕ ਲੈ, ਦੂਜੀ ਤਿਆਰ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।